ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਗੁੱਡ ਮਾਰਨਿੰਗ, ਰਾਮ ਰਾਮ। ਅੱਜ ਦੀ ਇਸ YouTube ਕਲਾਸ ਦੇ ਵਿੱਚ ਜੋ ਆਪਾਂ ਪੰਜਾਬੀ ਦਾ ਮੁੱਖ ਟੌਪਿਕ ਪੜ੍ਹਾਂਗੇ ਉਹ ਹੈ ਅਣਡਿੱਠਾ ਪੈਰਾ। ਦੇਖੋ ਜੀ, ਇਹ ਜੋ ਮੈਂ YouTube ਤੇ ਕਲਾਸ ਹੈ ਇਹ ਸਪੈਸ਼ਲ 10th ਕਲਾਸ ਨੂੰ ਧਿਆਨ ਵਿੱਚ ਰੱਖ ਕੇ ਬਣਾ ਰਿਹਾ ਹਾਂ। ਵੈਸੇ ਜਿਹੜਾ ਇਹ ਅਣਡਿੱਠਾ ਪੈਰਾ ਹੈ 9ਵੀਂ 10ਵੀਂ 11ਵੀਂ 12ਵੀਂ ਲਗਭਗ ਹਰ ਕਲਾਸ ਦੇ ਵਿੱਚ ਇਹ ਪੇਪਰ ਦੇ ਵਿੱਚ ਆਉਂਦਾ ਹੈ ਔਰ ਪੁੱਛ ਲਿਆ ਜਾਂਦਾ ਹੈ। ਇੱਥੋਂ ਤੱਕ ਕਿ ਜਿਹੜੇ ਕੰਪੀਟੀਸ਼ਨ ਐਗਜ਼ਾਮ ਹੁੰਦੇ ਆ, ਰੀਟ ਦਾ ਪੇਪਰ ਹੁੰਦਾ ਹੈ, ਉਹਦੇ ਵਿੱਚ ਵੀ ਇਹ ਅਣਡਿੱਠਾ ਪੈਰਾ ਹੁੰਦਾ। ਸੀਟੈਟ ਦੇ ਵਿੱਚ ਵੀ ਆ ਜਾਂਦਾ ਹੈ ਇਹ ਪੈਰਾ। ਠੀਕ ਹੈ ਜੀ। ਤਾਂ ਇਹ ਜੋ ਟੌਪਿਕ ਹੈ ਇਹ ਆਪਣੇ ਲਈ ਬਹੁਤ ਹੀ ਇੱਕ ਮੁੱਖ ਟੌਪਿਕ ਹੈ। ਵੇਖਣ 'ਚ ਇਹ ਟੌਪਿਕ ਬਿਲਕੁਲ ਈਜੀ ਜਿਹਾ ਲੱਗਦਾ ਹੈ। ਬੱਚੇ ਕਹਿੰਦੇ ਹੈ ਕਿ ਟੌਪਿਕ ਬਹੁਤ ਸੌਖਾ ਹੈ ਕਿਉਂਕਿ ਉੱਤੇ ਪੈਰਾ ਦਿੱਤਾ ਹੁੰਦਾ ਹੈ, ਹੇਠਾਂ ਪ੍ਰਸ਼ਨ ਦਿੱਤੇ ਹੁੰਦੇ ਹੈ ਔਰ ਉਹ ਪ੍ਰਸ਼ਨਾਂ ਦੇ ਉੱਤਰ ਵਿੱਚੋਂ ਹੀ ਕਰਨੇ ਹੁੰਦੇ ਹੈ, ਤਾਂ ਬੜੇ ਆਰਾਮ ਨਾਲ ਕੀਤੇ ਜਾ ਸਕਦੇ ਹੈ। ਇਹੋ ਜਿਹੀ ਗੱਲ ਨਹੀਂ, ਬਹੁਤ ਸਾਰੇ ਸਟੂਡੈਂਟਸ ਕਰ ਵੀ ਦਿੰਦੇ ਹੈ, ਲੇਕਿਨ ਕਈ ਬੱਚੇ ਇਹੋ ਜਿਹੇ ਹੈ ਜੋ ਕਿ ਇਸ ਨੂੰ ਸੌਖਾ ਮੰਨਣ ਦੀ ਵਜ੍ਹਾ ਨਾਲ ਉਹ ਬਹੁਤ ਸਾਰੀਆਂ ਗਲਤੀਆਂ ਕਰ ਦਿੰਦੇ ਹੈ। ਗਲਤੀਆਂ ਹੋਣ ਦੇ ਕਈ ਕਾਰਨ ਹੁੰਦੇ ਹੈ ਕਿ ਇੱਕ ਤਾਂ ਉਹ ਪੈਰੇ ਨੂੰ ਧਿਆਨ ਨਾਲ ਪੜ੍ਹਦੇ ਨਹੀਂ ਕਿ ਉਹ ਪੈਰਾ ਕੀ ਕਹਿ ਰਿਹਾ ਹੈ। ਦੇਖੋ, ਪੈਰੇ ਵਿੱਚ ਅਗਰ ਆਪਾਂ ਅੱਜ ਤੋਂ ਪਿੱਛੇ ਆਏ ਪੇਪਰਾਂ ਦੀ ਗੱਲ ਕਰੀਏ 10ਵੀਂ ਕਲਾਸ ਦੇ, ਤਾਂ ਉਹ ਪੇਪਰਾਂ ਵਿੱਚ ਇਹ ਅਣਡਿੱਠਾ ਪੈਰਾ ਆਉਂਦਾ ਸੀ। ਉਹਦੇ ਹੇਠਾਂ 5 ਪ੍ਰਸ਼ਨ ਦਿੱਤੇ ਹੁੰਦੇ ਸੀ। ਉਹ 5 ਪ੍ਰਸ਼ਨ 2-2 ਨੰਬਰਾਂ ਦੇ ਹੁੰਦੇ ਸੀ। ਕੁੱਲ ਮਿਲਾ ਕੇ 10 ਨੰਬਰ ਦਾ ਇਹ ਪੈਰਾ ਹੁੰਦਾ ਸੀਗਾ। ਉਹਦੇ ਵਿੱਚ 2-3 ਪ੍ਰਸ਼ਨ ਤਾਂ ਬਿਲਕੁਲ ਨੋਰਮਲ ਹੁੰਦੇ ਜਿਨ੍ਹਾਂ ਦਾ ਉੱਤਰ ਸਿੱਧਾ ਹੀ ਆਪਾਂ ਨੂੰ ਮਿਲ ਜਾਂਦਾ ਹੈ, ਪਰ 1 ਜਾਂ 2 ਪ੍ਰਸ਼ਨ ਇਹੋ ਜਿਹੇ ਹੁੰਦੇ ਹੈ ਜਿਹੜੇ ਬੱਚੇ ਉੱਥੇ ਗਲਤੀ ਕਰ ਜਾਂਦੇ ਹੈ। ਇੱਕ ਤਾਂ ਪ੍ਰਸ਼ਨ ਇਸ ਤਰ੍ਹਾਂ ਦਾ ਹੁੰਦਾ ਸੀਗਾ ਕਿ ਇਸ ਪੈਰੇ ਦਾ ਢੁਕਵਾਂ ਸਿਰਲੇਖ ਲਿਖੋ, ਤਾਂ ਬਹੁਤ ਸਾਰੇ ਬੱਚਿਆਂ ਨੂੰ ਇਹ ਨਹੀਂ ਪਤਾ ਸੀ ਕਿ ਢੁਕਵਾਂ ਸਿਰਲੇਖ ਕੀ ਹੁੰਦਾ ਹੈ, ਜਾਂ ਕੇਂਦਰੀ ਭਾਵ ਲਿਖੋ, ਉੱਥੇ ਬੱਚੇ ਗਲਤੀ ਕਰ ਜਾਂਦੇ ਸੀ। ਤਾਂ ਆਪਾਂ ਇਸ ਪੈਰੇ ਦੀਆਂ ਨਿੱਕੀਆਂ ਨਿੱਕੀਆਂ ਬਾਰੀਕੀਆਂ ਦੇ ਬਾਰੇ ਗੱਲ ਕਰਦੇ ਹਾਂ, ਅਣਡਿੱਠੇ ਪੈਰੇ ਬਾਰੇ, ਕਿ ਤਾਂ ਕਿ ਆਪਣੇ ਕੋਲ ਪੇਪਰ ਦੇ ਵਿੱਚ ਗਲਤੀਆਂ ਨਾ ਹੋਣ ਔਰ ਆਪਣੇ ਪੂਰੇ ਦੇ ਪੂਰੇ ਨੰਬਰ ਆਉਣ। ਦੇਖੋ, ਇਸ ਵਾਰ ਸਿਲੇਬਸ ਰਿਮੂਵ ਹੋਇਆ, ਇਸ ਕਰਕੇ ਹੋ ਸਕਦਾ ਹੈ ਇਹ ਪੈਰਾ ਘੱਟ ਨੰਬਰਾਂ ਦਾ ਹੋਵੇ। ਮੰਨ ਲਓ 5 ਨੰਬਰਾਂ ਦਾ ਹੀ ਹੋਵੇ ਕਿਉਂਕਿ 5% ਇੱਕ ਇੱਕ ਨੰਬਰ ਦੇ ਕਰਦੇ ਨੇ। ਅੱਜ ਤੋਂ ਪਿੱਛੇ ਇਹ ਪੈਰਾ 10 ਨੰਬਰਾਂ ਦਾ ਆਉਂਦਾ ਰਿਹਾ, ਲੇਕਿਨ ਪੇਪਰ ਦੇ ਵਿੱਚ ਆਊਗਾ ਜ਼ਰੂਰ। 12ਵੀਂ ਦੇ ਵਿੱਚ ਵੀ ਹੁੰਦਾ, 11ਵੀਂ ਦੇ ਵਿੱਚ ਵੀ, 10ਵੀਂ ਦੇ ਵਿੱਚ ਵੀ, ਲਗਭਗ ਹਰ ਕਲਾਸ ਦੇ ਵਿੱਚ ਇਹ ਪੈਰਾ ਪੁੱਛ ਲਿਆ ਜਾਂਦਾ ਹੈ। ਤਾਂ ਉਹ ਆਪਾਂ ਬਹੁਤਾ ਸਮਾਂ ਨਾ ਖਰਾਬ ਕਰਦੇ ਹੋਏ ਆਪਾਂ ਇਸ ਅਣਡਿੱਠੇ ਪੈਰੇ ਦੇ ਮੁੱਖ ਮੁੱਖ ਬਿੰਦੂਆਂ ਦੇ ਬਾਰੇ ਚਰਚਾ ਕਰਦੇ ਹਾਂ। ਜਿਵੇਂ ਕਿ ਆ ਪੈਰਾ ਦਿੱਤਾ ਹੈ, ਸਭ ਤੋਂ ਪਹਿਲਾਂ ਮੈਂ ਇਸ ਪੈਰੇ ਨੂੰ ਪੜ੍ਹ ਰਿਹਾ ਹਾਂ, ਤੁਸੀਂ ਧਿਆਨ ਦਿਓ। ਪ੍ਰਦੂਸ਼ਣ ਤੋਂ ਭਾਵ ਹੈ ਚੌਗਿਰਦੇ ਦਾ ਗੰਧਲਾ ਹੋ ਰਿਹਾ ਵਾਤਾਵਰਣ ਹੈ। ਕਾਰਖਾਨਿਆਂ, ਫੈਕਟਰੀਆਂ ਆਦਿ ਦੀਆਂ ਚਿਮਨੀਆਂ ਵਿੱਚੋਂ ਨਿਕਲ ਰਿਹਾ ਧੂੰਆਂ, ਜ਼ਹਿਰੀਲਾ ਪਾਣੀ ਆਦਿ ਸਭ ਪ੍ਰਦੂਸ਼ਣ ਫੈਲਾ ਰਹੇ ਹਨ। ਇਸ ਸਭ ਕੁਝ ਦਾ ਜ਼ਿੰਮੇਦਾਰ ਮਨੁੱਖ ਖੁਦ ਹੀ ਹੈ। ਉਸ ਨੇ ਆਪਣੇ ਸਮੁੱਚੇ ਵਾਤਾਵਰਣ ਨੂੰ ਗੰਧਲਾ ਤੇ ਜ਼ਹਿਰੀਲਾ ਕਰ ਦਿੱਤਾ ਹੈ, ਜਿਸ ਦੀ ਖਾਮਿਆਜ਼ਾ ਆਉਣ ਵਾਲੀ ਪੀੜ੍ਹੀ ਨੂੰ ਭੁਗਤਣਾ ਪਵੇਗਾ। ਰੁੱਖ ਜੋ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਵਿੱਚ ਬੜੇ ਹੀ ਸਹਾਈ ਹੁੰਦੇ ਹਨ ਅਤੇ ਕਾਰਬਨ ਡਾਈਆਕਸਾਈਡ ਵਰਗੀਆਂ ਮਾਰੂ ਗੈਸਾਂ ਦਾ ਨਿਵਾਰਣ ਕਰਦੇ ਹਨ, ਕਿਧਰੇ ਲੱਭਿਆਂ ਵੀ ਨਹੀਂ ਲੱਭਦੇ। ਇਸ ਲਈ ਅੱਜ ਕਾਰਬਨ ਮੋਨੋਆਕਸਾਈਡ ਗੈਸ ਵੱਧ ਰਹੀ ਹੈ, ਜੋ ਮਨੁੱਖੀ ਸਰੀਰ ਵਿਚਲੇ ਲਾਲ ਸ਼ੈਲਾਂ ਵਿਚਲੀ ਖਿੱਚਣ ਵਾਲੀ ਆਕਸੀਜਨ ਗੈਸ ਨੂੰ ਘੱਟ ਕਰਕੇ ਮਨੁੱਖ ਨੂੰ ਬਿਲਕੁਲ ਹੀ ਮੌਤ ਦੇ ਕਗਾਰ 'ਤੇ ਖੜਾ ਕਰ ਰਹੀ ਹੈ। ਠੀਕ ਹੈ ਜੀ। ਤਾਂ ਅਣਡਿੱਠਾ ਪੈਰਾ ਕਰਨ ਤੋਂ ਸਭ ਤੋਂ ਪਹਿਲਾਂ ਮੁੱਖ ਬਿੰਦੂ ਤਾਂ ਤੁਹਾਨੂੰ ਮੈਂ ਦੱਸ ਦਿਆਂ ਕਿ ਤੁਸੀਂ ਪੈਰੇ ਨੂੰ ਘੱਟ ਤੋਂ ਘੱਟ 3 ਵਾਰ ਪੜ੍ਹਨਾ ਹੈ। 3 ਵਾਰ ਨਹੀਂ ਤਾਂ 2 ਵਾਰ ਤਾਂ ਪੜ੍ਹਨਾ ਹੈ। ਪੈਰੇ ਨੂੰ ਪੜ੍ਹਨ ਲੱਗਿਆਂ ਤੁਸੀਂ ਕਾਹਲ ਨਹੀਂ ਕਰਨੀ, ਬਿਲਕੁਲ ਉਸ ਨੂੰ ਆਰਾਮ ਨਾਲ ਪੜ੍ਹਨਾ ਹੈ, ਇੱਕ ਇੱਕ ਸ਼ਬਦ 'ਤੇ ਜ਼ੋਰ ਦਿੰਦੇ ਹੋਏ ਕਿ ਇਹ ਪੈਰਾ ਕੀ ਕਹਿ ਰਿਹਾ ਹੈ। ਠੀਕ ਹੈ ਜੀ। ਪੈਰੇ ਨੂੰ ਬਿਲਕੁਲ ਆਰਾਮ ਨਾਲ ਪੜ੍ਹਨਾ ਹੈ, ਵੱਧ ਤੋਂ ਵੱਧ 3 ਵਾਰ, ਘੱਟ ਤੋਂ ਘੱਟ 2 ਵਾਰ ਤਾਂ ਪੈਰੇ ਨੂੰ ਪੜ੍ਹਨਾ ਹੀ ਪੜ੍ਹਨਾ ਹੈ। ਅਗਰ ਤੁਸੀਂ ਪੈਰੇ ਨੂੰ ਢੰਗ ਨਾਲ ਬਿਲਕੁਲ ਆਰਾਮ ਨਾਲ ਪੜ੍ਹੋਗੇ ਤਾਂ ਤੁਹਾਨੂੰ ਇਹ ਚੀਜ਼ ਤੁਹਾਡੇ ਦਿਮਾਗ ਵਿੱਚ ਆਊਗੀ ਕਿ ਇਹ ਪੈਰਾ ਕਾਹਦੇ ਉੱਪਰ ਲਿਖਿਆ ਹੋਇਆ ਹੈ ਔਰ ਉਸ ਪੈਰੇ ਵਿੱਚ ਕੀ ਕੀ ਸ਼ਬਦਾਂ ਦੇ ਬਾਰੇ ਗੱਲ ਹੋਈ ਹੈ, ਉਹਨਾਂ ਦੇ ਬਾਰੇ ਤੁਹਾਨੂੰ ਮਤਲਬ ਜਾਣਕਾਰੀ ਮਿਲ ਜੂਗੀ। ਕਈ ਬੱਚੇ ਕੀ ਕਰਦੇ ਕਿ ਕਾਹਲ ਵਿੱਚ ਪੜ੍ਹ ਲੈਂਦੇ ਹੈ, ਬਹੁਤ ਸਾਰੀਆਂ ਲਾਈਨਾਂ ਉਹਨਾਂ ਕੋਲ ਛੁੱਟ ਜਾਂਦੀਆਂ ਹੈ, ਜਾਂ ਉਹ ਧਿਆਨ ਨਾਲ ਨਹੀਂ ਪੜ੍ਹਦੇ, ਤਾਂ ਉੱਥੇ ਫਿਰ ਪ੍ਰਸ਼ਨ ਉੱਤਰ ਕਰਨ ਲੱਗਿਆਂ ਗਲਤੀ ਹੋ ਜਾਂਦੀ ਹੈ। ਠੀਕ ਹੈ ਜੀ। ਜਿਵੇਂ ਇਹਦੇ ਵਿੱਚ ਪਹਿਲਾ ਪ੍ਰਸ਼ਨ ਕੀ ਪੁੱਛਿਆ ਗਿਆ ਹੈ, ਪਹਿਲਾ ਪ੍ਰਸ਼ਨ ਹੈ ਪ੍ਰਦੂਸ਼ਣ ਤੋਂ ਕੀ ਭਾਵ ਹੈ। ਪ੍ਰਦੂਸ਼ਣ ਤੋਂ ਕੀ ਭਾਵ ਹੈ? ਤਾਂ ਪ੍ਰਦੂਸ਼ਣ ਤੋਂ ਕੀ ਭਾਵ ਹੈ? ਪ੍ਰਦੂਸ਼ਣ ਤੋਂ ਭਾਵ ਚੌਗਿਰਦੇ ਦਾ ਗੰਧਲਾ ਹੋ ਰਿਹਾ ਵਾਤਾਵਰਣ ਹੈ। ਪਹਿਲੀ ਲਾਈਨ। ਠੀਕ ਹੈ। ਪ੍ਰਦੂਸ਼ਣ ਤੋਂ ਕੀ ਭਾਵ ਹੈ? ਪ੍ਰਦੂਸ਼ਣ ਤੋਂ ਭਾਵ ਹੈ ਚੌਗਿਰਦੇ ਦਾ ਗੰਧਲਾ ਹੋ ਰਿਹਾ ਵਾਤਾਵਰਣ। ਠੀਕ ਹੈ ਜੀ। ਇੰਨਾ ਇਸ ਦਾ ਉੱਤਰ ਸੀਗਾ। ਉਸ ਤੋਂ ਅੱਗੇ ਆਪਾਂ ਫਿਰ ਦੂਜੇ ਪ੍ਰਸ਼ਨ ਦੇ ਬਾਰੇ ਗੱਲ ਕਰੀਏ। ਦੂਜਾ ਪ੍ਰਸ਼ਨ ਕੀ ਹੈ? ਪ੍ਰਦੂਸ਼ਣ ਦਾ ਜ਼ਿੰਮੇਵਾਰ ਕੌਣ ਹੈ? ਪ੍ਰਦੂਸ਼ਣ ਦਾ ਜ਼ਿੰਮੇਵਾਰ ਕੌਣ ਹੈ? ਤਾਂ ਦੂਜੇ ਪ੍ਰਸ਼ਨ ਦਾ ਉੱਤਰ ਹੈ ਕਿ ਇਸ ਦਾ ਜ਼ਿੰਮੇਵਾਰ ਮਨੁੱਖ ਖੁਦ ਹੀ ਹੈ, ਯਾਨੀ ਕਿ ਮਨੁੱਖ ਹੈ। ਠੀਕ ਹੈ। ਪ੍ਰਦੂਸ਼ਣ ਦਾ ਜ਼ਿੰਮੇਵਾਰ ਕੌਣ ਹੈ? ਇਸ ਦਾ ਜ਼ਿੰਮੇਵਾਰ ਮਨੁੱਖ ਖੁਦ ਹੀ ਹੈ, ਕਿਉਂਕਿ ਮਨੁੱਖ ਨੇ ਤਰੱਕੀ ਕਰਨ ਦੀ ਚਾਹ ਵਿੱਚ ਆਪਣੇ ਚਾਰੇ ਪਾਸੇ ਰੁੱਖਾਂ ਨੂੰ ਕੱਟ ਦਿੱਤਾ ਹੈ, ਕਾਰਖਾਨੇ ਫੈਕਟਰੀਆਂ ਵਗੈਰਾ ਲਗਵਾ ਲਏ ਹੈ, ਉਹਨਾਂ 'ਚੋਂ ਨਿਕਲਣ ਵਾਲਾ ਧੂੰਆਂ, ਜ਼ਹਿਰੀਲੀਆਂ ਗੈਸਾਂ ਆਪਣੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰ ਰਹੀਆਂ। ਠੀਕ ਹੈ। ਇਸ ਲਈ
ਇਸ ਦਾ ਜ਼ਿੰਮੇਵਾਰ ਮਨੁੱਖ ਖੁਦ ਹੀ ਹੈ। ਤੁਹਾਨੂੰ ਮੈਂ ਦੇਖੋ ਇੱਕ ਗੱਲ ਦੱਸ ਦਿਆਂ, ਜਦੋਂ ਤੁਸੀਂ ਕਿਸੇ ਪ੍ਰਸ਼ਨ ਦਾ ਉੱਤਰ ਦੇ ਰਹੇ ਹੋ, ਠੀਕ ਹੈ ਜੀ, ਪਹਿਰੇ ਵਿਚਲੀ ਜੋ ਲਾਈਨ ਉਸ ਦਾ ਉੱਤਰ ਬਣ ਰਹੀ ਹੈ, ਉਹ ਲਾਈਨ ਤਾਂ ਲਿਖਣੀ ਹੀ ਲਿਖਣੀ ਹੈ। ਉਸ ਤੋਂ ਇਲਾਵਾ ਉਹਦੇ ਨਾਲ ਜੁੜਦੀਆਂ ਹੋਈਆਂ ਕੋਈ ਹੋਰ ਲਾਈਨਾਂ ਤੁਹਾਡੇ ਮਨ ਵਿੱਚ ਆ ਰਹੀਆਂ ਹੈ, ਜਾਂ ਤੁਸੀਂ ਕਾਮਨ ਸੈਂਸ ਨਾਲ ਆਪਣੀ ਨੌਲੇਜ ਨਾਲ ਕੋਈ ਹੋਰ ਵੀ ਲਾਈਨ ਐਡ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ। ਇਹ ਨਹੀਂ ਹੈ ਕਿ ਤੁਸੀਂ ਪਹਿਰੇ ਵਿਚਲੀ ਲਾਈਨ ਲਿਖੀ ਨਹੀਂ ਔਰ ਸਾਰੀਆਂ ਆਪਦੇ ਪੱਲੋਂ ਐਡ ਕਰ ਦਿੱਤੀਆਂ, ਕਿਉਂਕਿ ਸਪਸ਼ਟ ਲਿਖਿਆ ਹੁੰਦਾ ਕਿ ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਪਹਿਰੇ ਵਿੱਚੋਂ ਦਿਓ। ਪਹਿਰੇ ਵਾਲੀ ਲਾਈਨ ਤਾਂ ਲਿਖਣੀ ਹੀ ਲਿਖਣੀ ਹੈ, ਉਸ ਤੋਂ ਇਲਾਵਾ ਤੁਸੀਂ ਆਪਦੇ ਪੱਲੋਂ ਵੀ ਕੁਝ ਐਡ ਕਰ ਸਕਦੇ ਹੋ। ਜਿਵੇਂ ਪੁੱਛਿਆ ਸੀ ਨਾ ਕਿ ਪ੍ਰਦੂਸ਼ਣ ਲਈ ਜ਼ਿੰਮੇਵਾਰ ਕੌਣ ਹੈ, ਤਾਂ ਤੁਸੀਂ ਲਿਖ ਦਿਓਗੇ ਇਸ ਸਭ ਕੁਝ ਦਾ ਜ਼ਿੰਮੇਦਾਰ ਮਨੁੱਖ ਖੁਦ ਹੀ ਹੈ। ਆਹ ਉੱਤਰ ਬਣ ਹੀ ਰਿਹਾ ਹੈ। ਇਸ ਤੋਂ ਇਲਾਵਾ ਤੁਸੀਂ ਲਿਖ ਸਕਦੇ ਹੋ ਕਿ ਮਨੁੱਖ ਨੇ ਤਰੱਕੀ ਕਰਨ ਦੀ ਚਾਹ ਵਿੱਚ ਰੁੱਖਾਂ ਨੂੰ ਕੱਟ ਦਿੱਤਾ, ਕਾਰਖਾਨੇ ਫੈਕਟਰੀਆਂ ਲਗਵਾ ਲਏ, ਜਿਸ ਕਰਕੇ ਪ੍ਰਦੂਸ਼ਣ ਹੋ ਰਿਹਾ ਹੈ, ਤਾਂ ਆਪਦੇ ਪੱਲੋਂ ਵੀ ਤੁਸੀਂ ਐਡ ਕਰ ਸਕਦੇ ਹੋ। ਉਸ ਤੋਂ ਅੱਗੇ ਜੋ ਤੀਜਾ ਪ੍ਰਸ਼ਨ ਹੈ, ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਵਿੱਚ ਕੌਣ ਸਹਾਈ ਹੁੰਦੇ ਹਨ। ਠੀਕ ਹੈ, ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਵਿੱਚ ਕੌਣ ਸਹਾਈ ਦਾ ਮਤਲਬ ਹੁੰਦਾ ਸਹਾਇਕ, ਹਿੰਦੀ 'ਚ ਕਹਿੰਦੇ ਨਾ ਸਹਾਇਕ ਜਾਂ ਮਦਦਗਾਰ। ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਵਿੱਚ ਕੌਣ ਸਹਾਈ ਹੁੰਦੇ ਹੈ, ਤਾਂ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਵਿੱਚ ਰੁੱਖ ਸਹਾਈ ਹੁੰਦੇ ਹੈ। ਠੀਕ ਹੈ, ਜਿਵੇਂ ਆ ਲਿਖਿਆ ਹੋਇਆ ਨਾ ਕਿ ਰੁੱਖ ਜੋ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਵਿੱਚ ਬੜਾ ਹੀ ਸਹਾਈ ਹੁੰਦੇ ਹਨ। ਰੁੱਖ ਜੋ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਵਿੱਚ ਬੜੇ ਹੀ ਸਹਾਈ ਹੁੰਦੇ ਹਨ। ਦੇਖੋ ਲੈਣਾ ਥੋੜ੍ਹੀਆਂ ਇੱਧਰ ਉੱਧਰ ਕੀਤੀਆਂ, ਤਾਂ ਕਰਕੇ ਮਤਲਬ ਵੀਡੀਓ ਦੇ ਵਿੱਚ ਪਹਿਲਾਂ ਮੈਂ ਪਹਿਲਾਂ ਵਾਲੀ ਲਾਈਨ ਅੰਡਰਲਾਈਨ ਕਰਤੀ ਸੀ, ਫਿਰ ਆ ਕੀਤੀ। ਠੀਕ ਹੈ, ਰੁੱਖ ਜੋ ਮਨੁੱਖ ਨੂੰ ਰੁੱਖ ਜੋ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਵਿੱਚ ਬੜੇ ਹੀ ਸਹਾਈ ਹੁੰਦੇ ਆ। ਠੀਕ ਹੈ ਜੀ, ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਵਿੱਚ ਕੌਣ ਸਹਾਈ ਹੁੰਦੇ ਹੈ, ਰੁੱਖ ਯਾਨੀ ਕਿ ਪੇੜ ਪੌਦੇ। ਉਸ ਤੋਂ ਅੱਗੇ ਆਪਣਾ ਪ੍ਰਸ਼ਨ ਹੈ, ਕਿਹੜੀਆਂ ਕਿਹੜੀਆਂ ਚੀਜ਼ਾਂ ਤੋਂ ਪ੍ਰਦੂਸ਼ਣ ਫੈਲ ਰਿਹਾ ਹੈ। ਕੀ ਪ੍ਰਸ਼ਨ ਹੈ, ਕਿਹੜੀਆਂ ਕਿਹੜੀਆਂ ਚੀਜ਼ਾਂ ਤੋਂ ਪ੍ਰਦੂਸ਼ਣ ਫੈਲ ਰਿਹਾ ਹੈ। ਤਾਂ ਇਹਦੇ ਵਿੱਚ ਦਿੱਤਾ ਹੋਇਆ ਸ਼ੁਰੂ ਤੋਂ ਕਿ ਕਾਰਖਾਨਿਆਂ ਫੈਕਟਰੀਆਂ ਆਦਿ ਦੀਆਂ ਚਿਮਨੀਆਂ ਵਿੱਚੋਂ ਨਿਕਲ ਰਿਹਾ ਧੂੰਆਂ। ਠੀਕ ਹੈ, ਕਿਹੜੀਆਂ ਕਿਹੜੀਆਂ ਚੀਜ਼ਾਂ ਤੋਂ ਪ੍ਰਦੂਸ਼ਣ ਫੈਲ ਰਿਹਾ ਹੈ, ਕਾਰਖਾਨਿਆਂ ਫੈਕਟਰੀਆਂ ਆਦਿ ਦੀਆਂ ਚਿਮਨੀਆਂ ਵਿੱਚੋਂ ਨਿਕਲ ਰਿਹਾ ਧੂੰਆਂ। ਉਸ ਤੋਂ ਇਲਾਵਾ ਜ਼ਹਿਰੀਲੀਆਂ, ਇੱਥੇ ਗੈਸਾਂ ਲਿਖਣਾ ਸੀ। ਠੀਕ ਹੈ, ਜ਼ਹਿਰੀਲਾ ਪਾਣੀ ਜਾਂ ਜ਼ਹਿਰੀਲੀਆਂ ਗੈਸਾਂ ਆਦਿ ਸਭ ਪ੍ਰਦੂਸ਼ਣ ਫੈਲਾ ਰਹੇ ਹੈ। ਜੋ ਫੈਕਟਰੀਆਂ ਵਿੱਚੋਂ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ, ਜ਼ਹਿਰੀਲਾ ਪਾਣੀ ਨਿਕਲਦਾ ਹੈ, ਧੂੰਆਂ ਨਿਕਲਦਾ ਹੈ, ਉਹ ਸਭ ਪ੍ਰਦੂਸ਼ਣ ਫੈਲਾ ਰਹੇ ਹੈ। ਠੀਕ ਹੈ ਜੀ, ਪ੍ਰਦੂਸ਼ਣ ਕਾਹਦੇ ਨਾਲ ਫੈਲ ਰਿਹਾ, ਕਾਰਖਾਨਿਆਂ ਫੈਕਟਰੀਆਂ 'ਚੋਂ ਨਿਕਲਣ ਵਾਲਾ ਜ਼ਹਿਰੀਲਾ ਪਾਣੀ, ਜ਼ਹਿਰੀਲਾ ਧੂੰਆਂ ਅਤੇ ਜ਼ਹਿਰੀਲੀਆਂ ਗੈਸਾਂ, ਇਹਨਾਂ ਸਭ ਦੇ ਨਾਲ ਪ੍ਰਦੂਸ਼ਣ ਫੈਲ ਰਿਹਾ ਹੈ। ਉਸ ਤੋਂ ਅੱਗੇ ਸੀ ਪੰਜਵਾਂ ਪ੍ਰਸ਼ਨ, ਰੁੱਖ ਕਿਹੜੀ ਗੈਸ ਦਾ ਨਿਵਾਰਣ ਕਰਦੇ ਹਨ। ਠੀਕ ਹੈ, ਕਿਹੜੀ ਗੈਸ ਦਾ ਨਿਵਾਰਣ ਕਰਦੇ ਹੈ ਰੁੱਖ, ਤਾਂ ਇਹਦੇ ਵਿੱਚ ਲਿਖਿਆ ਹੋਇਆ ਕਿ ਰੁੱਖ ਕਾਰਬਨ ਡਾਈਆਕਸਾਈਡ ਗੈਸ ਵਰਗੀਆਂ ਮਾਰੂ ਗੈਸਾਂ ਦਾ ਨਿਵਾਰਣ ਕਰਦੇ ਹਨ। ਦਿੱਤਾ ਨਾ, ਕਾਰਬਨ ਡਾਈਆਕਸਾਈਡ ਵਰਗੀਆਂ ਮਾਰੂ ਗੈਸਾਂ ਦਾ ਨਿਵਾਰਣ ਕਰਦੇ ਹਨ। ਤਾਂ ਦੇਖੋ ਬਿਲਕੁਲ ਈਜ਼ੀ ਹੁੰਦਾ ਹੈਗਾ, ਪਹਿਰੇ ਨੂੰ ਅਗਰ ਤੁਸੀਂ ਧਿਆਨ ਨਾਲ ਪੜ੍ਹਿਆ ਹੈ ਤਾਂ ਬੜੇ ਹੀ ਆਰਾਮ ਨਾਲ ਵਿੱਚੋਂ ਚੁਣ ਚੁਣ ਕੇ ਤੁਸੀਂ ਉਹਨਾਂ ਦੇ ਉੱਤਰ ਦੇ ਸਕਦੇ ਹੋ। ਲੇਕਿਨ ਇਸ ਲਈ ਸਭ ਤੋਂ ਪਹਿਲਾ ਕੰਮ ਆਹ ਕਰਨਾ ਹੋਊਗਾ ਕਿ ਪਹਿਰੇ ਨੂੰ ਪੂਰੇ ਧਿਆਨ ਨਾਲ ਪੜ੍ਹਨਾ। ਮੈਂ ਵਾਰ-ਵਾਰ ਇਹ ਗੱਲ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਦੇਖੋ ਗਲਤੀ ਹੋ ਜਾਂਦੀ ਹੈ। ਮੈਂ ਖੁਦ ਵੀ ਜਦੋਂ 10ਵੀਂ ਦੇ ਪੇਪਰ ਦਿੰਦਾ ਰਿਹਾ, ਮੈਂ ਵੀ ਇਹ ਗਲਤੀ ਕਰ ਜਾਂਦਾ ਸੀਗਾ। ਠੀਕ ਹੈ, ਮੈਂ ਨਹੀਂ ਚਾਹੁੰਦਾ ਕਿ ਤੁਹਾਡੇ 5 ਚੋਂ 4 ਜਾਂ 3% ਸਹੀ ਹੋਣ, ਕਿਉਂਕਿ ਦੇਖੋ ਬਿਲਕੁਲ ਈਜੀ ਟੌਪਿਕ ਹੈ। ਇਸ ਕਰਕੇ ਮੈਂ ਚਾਹੁੰਦਾ ਕਿ 5 ਚੋਂ 5 ਦੇ 5% ਤੁਹਾਡੇ ਸਹੀ ਹੋਣ, ਇਸ ਪੈਰੇ ਵਿੱਚੋਂ ਪੂਰੇ ਅੰਕ ਆਉਣ। ਇਸ ਲਈ ਇਸ ਪੈਰੇ ਨੂੰ ਆਰਾਮ ਦੇ ਨਾਲ ਸਹੀ ਢੰਗ ਨਾਲ ਪੜ੍ਹਨਾ ਹੈ। ਉਸ ਤੋਂ ਅੱਗੇ ਹੈ, ਵਾਤਾਵਰਣ ਵਿੱਚ ਕਿਹੜੀ ਗੈਸ ਵੱਧ ਰਹੀ ਹੈ। ਵਾਤਾਵਰਣ ਵਿੱਚ ਕਿਹੜੀ ਗੈਸ ਵੱਧ ਰਹੀ ਹੈ, ਤਾਂ ਇਹਦਾ ਉੱਤਰ ਕੀ ਹੈ, ਤਾਂ ਇਹਦਾ ਉੱਤਰ ਆ ਦੇ ਰੱਖਿਆ ਹੈ ਕਿ ਵਾਤਾਵਰਣ ਦੇ ਵਿੱਚ ਕਾਰਬਨ ਮੋਨੋਆਕਸਾਈਡ ਗੈਸ ਵੱਧ ਰਹੀ ਹੈ। ਵਾਤਾਵਰਣ ਵਿੱਚ ਕਿਹੜੀ ਗੈਸ ਵੱਧ ਰਹੀ ਹੈ, ਕਾਰਬਨ ਮੋਨੋਆਕਸਾਈਡ ਗੈਸ ਵੱਧ ਰਹੀ ਹੈ। ਠੀਕ ਹੈ ਜੀ, ਉਸ ਤੋਂ ਅੱਗੇ ਜੋ ਆਪਣਾ ਪ੍ਰਸ਼ਨ ਹੈ ਉਹ ਕੀ ਹੈ ਕਿ ਕਿਹੜੀ ਗੈਸ ਦੀ ਘਾਟ ਨਾਲ ਮਨੁੱਖ ਦੀ ਮੌਤ ਹੋ ਜਾਂਦੀ ਹੈ। ਕਿਹੜੀ ਗੈਸ ਦੀ ਘਾਟ ਨਾਲ ਮਨੁੱਖ ਦੀ ਮੌਤ ਹੋ ਜਾਂਦੀ ਹੈ, ਤਾਂ ਇਹਦਾ ਪ੍ਰਸ਼ਨ ਬਿਲਕੁਲ ਲਾਸਟ 'ਚ ਦਿੱਤਾ ਹੋਇਆ ਨਾ, ਲਾਸਟ ਲਾਈਨ, ਜੋ ਮਨੁੱਖੀ ਸਰੀਰ ਵਿਚਲੇ ਲਾਲ ਸੈੱਲਾਂ ਵਿਚਲੀ ਖਿੱਚਣ ਵਾਲੀ ਆਕਸੀਜਨ ਗੈਸ ਨੂੰ ਘੱਟ ਕਰਕੇ। ਤਾਂ ਆਕਸੀਜਨ ਜੋ ਗੈਸ ਹੈ ਉਹਦੀ ਘਾਟ ਨਾਲ ਮਨੁੱਖ ਦੀ ਮੌਤ ਹੋ ਜਾਂਦੀ ਹੈ। ਠੀਕ ਹੈ, ਆਕਸੀਜਨ ਗੈਸ ਦੀ ਘਾਟ ਨਾਲ ਮਨੁੱਖ ਦੀ ਮੌਤ ਹੋ ਸਕਦੀ ਹੈ। ਦੇਖੋ ਇਹਦੇ ਵਿੱਚ ਤਾਂ 7% ਦੇ ਰੱਖਿਆ, ਲੇਕਿਨ ਜੋ ਪੇਪਰ ਦੇ ਵਿੱਚ ਆਪਣੇ ਕੋਲ ਪੈਰਾ ਆਊਗਾ ਉਹਦੇ ਵਿੱਚ 5 ਹੀ ਪ੍ਰਸ਼ਨ ਦਿੱਤੇ ਹੁੰਦੇ ਆ। ਉਹ 5 ਵਿੱਚੋਂ ਮੈਂ ਤੁਹਾਨੂੰ ਫਿਰ ਦੱਸ ਦਿਆਂ, 3% ਬਿਲਕੁਲ ਨੋਰਮਲ ਹੁੰਦੇ ਆ ਜਿਨ੍ਹਾਂ ਦਾ ਉੱਤਰ ਤੁਹਾਨੂੰ ਬੜੇ ਹੀ ਆਰਾਮ ਨਾਲ ਮਿਲ ਜਾਊਗਾ। ਲੇਕਿਨ ਜਿਹੜੇ ਲਾਸਟ ਦੇ 2% ਹੁੰਦੇ ਆ, ਜਾਂ ਕਈ ਵਾਰ ਉੱਤੇ ਹੇਠਾਂ ਵੀ ਕਰ ਦਿੰਦੇ ਉਹ ਪ੍ਰਸ਼ਨਾਂ ਨੂੰ, 2% ਇਹੋ ਜਿਹੇ ਹੁੰਦੇ ਹੈ ਜਿਨ੍ਹਾਂ ਦਾ ਉੱਤਰ ਕਰਨ ਲੱਗਿਆਂ ਆਪਾਂ ਨੂੰ ਥੋੜ੍ਹੀ ਜਿਹੀ ਦਿੱਕਤ ਹੁੰਦੀ ਹੈ। ਸਾਰੇ ਸਟੂਡੈਂਟਸ ਨੂੰ ਨਹੀਂ, ਲੇਕਿਨ ਬਹੁਤ ਸਾਰੇ ਸਟੂਡੈਂਟਸ ਨੂੰ ਦਿੱਕਤ ਹੁੰਦੀ ਹੈ। ਦੇਖੋ ਜਿਵੇਂ ਇੱਕ ਤਾਂ ਪ੍ਰਸ਼ਨ ਆ ਜੇ ਕਿ ਇਸ ਪੈਰੇ ਦਾ ਢੁਕਵਾਂ ਸਿਰਲੇਖ ਲਿਖੋ, ਤਾਂ ਬੱਚੇ ਉੱਥੇ ਗਲਤੀ ਕਰ ਜਾਂਦੇ। ਕਈ ਬੱਚਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਢੁਕਵਾਂ ਸਿਰਲੇਖ ਕੀ ਹੈ।
ਤਾਂ ਢੁਕਵਾਂ ਸਿਰਲੇਖ ਦਾ ਮਤਲਬ ਹੁੰਦਾ ਕਿ ਉਸ ਪੈਰੇ ਵਿੱਚ ਕਾਹਦੇ ਬਾਰੇ ਗੱਲ ਹੋਈ ਹੈ, ਕਾਹਦੇ ਬਾਰੇ ਚਰਚਾ ਹੋਈ ਹੈ, ਉਸ ਪੈਰੇ ਦਾ ਟਾਈਟਲ ਕੀ ਹੈ। ਜਿਵੇਂ ਇਸ ਪੈਰੇ ਵਿੱਚ ਕਾਹਦੇ ਬਾਰੇ ਚਰਚਾ ਹੋ ਰਹੀ ਸੀ, ਪ੍ਰਦੂਸ਼ਣ ਦੇ ਬਾਰੇ, ਕਿ ਆਪਣਾ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ, ਤਾਂ ਤੁਸੀਂ ਲਿਖ ਦਿਓਗੇ। ਅਗਰ ਇੱਥੇ ਪ੍ਰਸ਼ਨ ਹੁੰਦਾ ਕਿ ਇਸ ਪੈਰੇ ਦਾ ਢੁਕਵਾਂ ਸਿਰਲੇਖ ਲਿਖੋ, ਤਾਂ ਤੁਸੀਂ ਲਿਖ ਦਿੰਦੇ ਇਸ ਪੈਰੇ ਦਾ ਢੁਕਵਾਂ ਸਿਰਲੇਖ ਹੈ ਕਿ ਇਸ ਵਿੱਚ ਪ੍ਰਦੂਸ਼ਣ ਦੇ ਬਾਰੇ ਗੱਲ ਕੀਤੀ ਗਈ ਕਿ ਸਾਡੇ ਆਸ-ਪਾਸ ਦਾ ਜੋ ਵਾਤਾਵਰਨ ਹੈ ਉਹ ਪ੍ਰਦੂਸ਼ਿਤ ਹੋ ਰਿਹਾ, ਜਿਸ ਨਾਲ ਜੋ ਮਨੁੱਖ ਦਾ ਸਵਸਥ ਖਰਾਬ ਹੁੰਦਾ ਜਾ ਰਿਹਾ ਔਰ ਅਨੇਕ ਬਿਮਾਰੀਆਂ ਦਾ ਮਨੁੱਖ ਸ਼ਿਕਾਰ ਹੋ ਰਿਹਾ ਹੈ। ਠੀਕ ਹੈ। ਅਗਰ ਇੱਥੇ ਪੈਰਾ ਮੰਨ ਲਓ ਕੋਈ ਹੋਰ ਦਿੱਤਾ ਹੁੰਦਾ, ਖੇਡਾਂ ਦੇ ਬਾਰੇ ਦਿੱਤਾ ਹੁੰਦਾ ਕਿ ਖੇਡਾਂ ਸਾਡੇ ਜੀਵਨ ਦਾ ਇੱਕ ਬਹੁਤ ਜ਼ਰੂਰੀ ਅੰਗ ਬਣ ਗਈਆਂ, ਜਿਹੜੇ ਮਤਲਬ ਵਿਦਿਆਰਥੀ ਜਾਂ ਮਨੁੱਖ ਖੇਡਾਂ ਨਾਲ ਜੁੜੇ ਰਹਿੰਦੇ, ਉਹਨਾਂ ਦਾ ਸਰੀਰ ਸਵਸਥ ਰਹਿੰਦਾ ਹੈ, ਉਹਨਾਂ ਦੇ ਸਰੀਰ ਰੋਗ ਮੁਕਤ ਰਹਿੰਦਾ ਹੈ ਔਰ ਉਹਨਾਂ ਵਿੱਚ ਇਮਾਨਦਾਰੀ, ਅੱਛਾਈ, ਅਨੇਕ ਤਰ੍ਹਾਂ ਦੇ ਗੁਣਾਂ ਦਾ ਵਿਕਾਸ ਹੁੰਦਾ ਹੈ। ਠੀਕ ਹੈ। ਇਸ ਤਰ੍ਹਾਂ ਅਗਰ ਕੋਈ ਖੇਡਾਂ ਨਾਲ ਸੰਬੰਧਿਤ ਪੈਰਾ ਹੁੰਦਾ, ਉੱਥੇ ਇਹ ਪ੍ਰਸ਼ਨ ਪੁੱਛ ਲਿਆ ਜਾਂਦਾ ਕਿ ਇਸ ਪੈਰੇ ਦਾ ਢੁਕਵਾਂ ਸਿਰਲੇਖ ਲਿਖੋ, ਤਾਂ ਉੱਥੇ ਤੁਸੀਂ ਆਹ ਲਿਖ ਦਿੰਦੇ ਕਿ ਇਸ ਪੈਰੇ ਦਾ ਢੁਕਵਾਂ ਸਿਰਲੇਖ ਹੈ ਖੇਡਾਂ ਦਾ ਮਹੱਤਵ, ਕਿਉਂਕਿ ਜਿਹੜੇ ਮਨੁੱਖ ਖੇਡਾਂ ਨਾਲ ਜੁੜੇ ਰਹਿੰਦੇ ਉਹ ਸਵਸਥ ਰਹਿੰਦੇ ਹੈ ਔਰ ਖੇਡਾਂ ਨਾਲ ਆਦਮੀ ਦੇ ਅੰਦਰ ਚੰਗੇ ਗੁਣਾਂ ਦਾ ਵਿਕਾਸ ਹੁੰਦਾ ਹੈ। ਤਾਂ ਕਹਿਣ ਦਾ ਮਤਲਬ ਢੁਕਵਾਂ ਸਿਰਲੇਖ ਹੁੰਦਾ ਹੈ ਪੈਰੇ ਦਾ ਆਪਣਾ ਟਾਈਟਲ, ਸ਼ੀਰਸ਼ਕ, ਜਿਸ ਬਾਰੇ ਉਸ ਪੈਰੇ ਵਿੱਚ ਗੱਲ ਹੋ ਰਹੀ ਹੁੰਦੀ ਹੈ, ਉਹ ਉਸ ਦਾ ਢੁਕਵਾਂ ਸਿਰਲੇਖ ਹੈ। ਅਗਰ ਪੇਪਰ ਵਿੱਚ ਪੁੱਛ ਲਿਆ ਜਾਵੇ ਕਿ ਇਸ ਪੈਰੇ ਦਾ ਢੁਕਵਾਂ ਸਿਰਲੇਖ ਕੀ ਹੈ, ਤਾਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਤੁਸੀਂ ਪੈਰੇ ਨੂੰ ਆਰਾਮ ਨਾਲ ਪੜ੍ਹਿਆ ਹੋਊਗਾ, ਉਸ ਪੈਰੇ ਵਿੱਚ ਜਿਹੜੀ ਗੱਲ ਦੇ ਬਾਰੇ ਚਰਚਾ ਹੁੰਦੀ ਹੋਈ, ਜਿਹੜੇ ਉੱਪਰ ਆਧਾਰਿਤ ਉਹ ਪੈਰਾ ਹੋਇਆ, ਉਹ ਹੀ ਗੱਲ ਇਸ ਪੈਰੇ ਦਾ ਢੁਕਵਾਂ ਸਿਰਲੇਖ ਹੁੰਦੀ ਹੈ। ਕਈ ਵਾਰ ਪ੍ਰਸ਼ਨ ਆ ਜਾਂਦਾ ਹੈ ਕਿ ਇਸ ਪੈਰੇ ਦਾ ਕੇਂਦਰੀ ਭਾਵ ਲਿਖੋ, ਤਾਂ ਕੇਂਦਰੀ ਭਾਵ ਕੀ ਹੁੰਦਾ ਹੈਗਾ ਕਿ ਉਸੇ ਪੈਰੇ ਨੂੰ ਤੁਸੀਂ ਛੋਟਾ ਕਰਕੇ ਲਿਖ ਦਿਓ, ਸ਼ਾਰਟ 'ਚ ਲਿਖ ਦਿਓ। ਠੀਕ ਹੈ। ਅਗਰ ਉਹ 9 ਲਾਈਨਾਂ ਦਾ ਪੈਰਾ ਹੈ ਤਾਂ ਉਹਦੀਆਂ ਮੁੱਖ 3 ਲਾਈਨਾਂ ਲਿਖ ਦਿਓ, ਤੀਜਾ ਹਿੱਸਾ ਉਹਦਾ ਲਿਖ ਦੇਣਾ। ਠੀਕ ਹੈ। ਕੇਂਦਰੀ ਭਾਵ 3 ਪ੍ਰਸ਼ਨ ਤਾਂ ਨੋਰਮਲ ਹੋਣਗੇ, ਤੁਸੀਂ ਕਰ ਹੀ ਦਿਓਗੇ। ਢੁਕਵਾਂ ਸਿਰਲੇਖ, ਚੌਥਾ ਪ੍ਰਸ਼ਨ ਜਿਹੜਾ ਹਾਰਡ ਆ ਸਕਦਾ ਹੈ, ਉਹਦੇ ਬਾਰੇ ਤੁਹਾਨੂੰ ਦੱਸ ਹੀ ਦਿੱਤਾ ਢੁਕਵਾਂ ਸਿਰਲੇਖ ਕੀ ਹੁੰਦਾ ਹੈ। ਅਗਰ ਪੁੱਛ ਲੈ ਕਿ ਇਸ ਪੈਰੇ ਦਾ ਕੇਂਦਰੀ ਭਾਵ ਲਿਖੋ, ਤਾਂ ਉਹਦਾ ਤੀਜਾ ਹਿੱਸਾ ਲਿਖ ਦੇਣਾ। ਅਗਰ 9 ਲਾਈਨਾਂ ਦਾ ਪੈਰਾ ਹੈ ਤਾਂ ਉਹਦੀਆਂ 3 ਲਾਈਨਾਂ ਕਰ ਦੇਣੀਆਂ, ਅਗਰ 8 ਦਾ ਹੈ ਤਾਂ 2.5 ਲਾਈਨਾਂ ਉਸ ਦੀਆਂ ਮੇਨ ਕਰ ਦੇਣੀਆਂ, ਉੱਤਰ ਦੇ ਵਿੱਚ ਉਵੇਂ ਹੀ ਉਤਾਰ ਦੇਣੀ ਹੈ। ਠੀਕ ਹੈ ਜੀ। ਤਾਂ ਇਹ ਤਾਂ ਸੀ ਆਪਣੇ ਪੈਰੇ ਨਾਲ ਜੁੜੇ ਹੋਏ ਮੁੱਖ ਟੌਪਿਕ। ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਮੇਰੀ ਕਲਾਸ ਚੰਗੀ ਲੱਗੀ ਹੋਵੇਗੀ। ਇਸ ਤੋਂ ਜੋ ਆਪਾਂ ਅਗਲੀ ਕਲਾਸ ਦੇ ਵਿੱਚ ਚਰਚਾ ਕਰਾਂਗੇ, ਉਹ ਆਪਾਂ ਕਰਾਂਗੇ ਕਿ ਪੰਜਾਬੀ ਦੇ ਵਿੱਚ ਲੇਖ ਕਿਵੇਂ ਲਿਖਦੇ ਹੈ, ਲੇਖ ਲਿਖਣ ਨੂੰ ਕੀ ਤਰੀਕਾ ਹੈ, ਲੇਖ ਲਿਖਣ ਦਾ ਕਿਹੜੇ ਮੁੱਖ ਬਿੰਦੂਆਂ ਨੂੰ ਆਪਾਂ ਧਿਆਨ 'ਚ ਰੱਖਦੇ ਹੋਏ ਅਗਰ ਲੇਖ ਲਿਖੀਏ ਤਾਂ ਆਪਣੇ ਨੰਬਰ ਪੂਰੇ ਆ ਸਕਦੇ ਆ। ਠੀਕ ਹੈ ਜੀ। ਅਗਰ ਇਸ ਦੇ ਵਿੱਚ ਮੇਰੇ ਕੋਲੋਂ ਕੋਈ ਬੋਲਣ 'ਚ ਜਾਂ ਕੁਝ ਦੱਸਣ ਵਿੱਚ ਗਲਤੀ ਹੋ ਗਈ ਹੋਵੇ ਤਾਂ ਮੈਂ ਤੁਹਾਡੇ ਸਾਰਿਆਂ ਤੋਂ ਮਾਫੀ ਮੰਗਦਾ ਹਾਂ। ਅਗਰ ਕੋਈ ਚੀਜ਼ ਨਾ ਸਮਝ ਆਈ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ। ਮੈਂ ਫਿਰ ਤੋਂ ਤੁਹਾਡਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਕਰਦਾ ਹਾਂ ਕਿ ਤੁਸੀਂ ਮੇਰੀਆਂ ਪੰਜਾਬੀ ਦੀ ਕਲਾਸਾਂ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ। ਪਰਮਾਤਮਾ ਅੱਗੇ ਇਹੀ ਅਰਦਾਸ ਕਰਦਾ ਕਿ ਤੁਸੀਂ ਬਹੁਤ ਚੰਗੇ ਅੰਕ ਲੈ ਕੇ ਪਾਸ ਹੋ, ਚੰਗੇ ਨੰਬਰਾਂ ਨਾਲ ਪਾਸ ਹੋ ਅਤੇ ਆਪਣੀ ਮਾਂ ਬੋਲੀ ਪੰਜਾਬੀ ਦਾ ਨਾਮ, ਆਪਣੇ ਮਾਤਾ ਪਿਤਾ ਦਾ ਨਾਮ, ਆਪਣੇ ਸਕੂਲ ਦਾ ਨਾਮ, ਆਪਣੇ ਇਲਾਕੇ ਦਾ ਨਾਮ ਰੋਸ਼ਨ ਕਰੋ। ਸਤਿ ਸ਼੍ਰੀ ਅਕਾਲ, ਧੰਨਵਾਦ, ਰਾਮ ਰਾਮ।